ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਸਹਿਯੋਗੀ ਜੁੜ ਚੁੱਕੇ ਨੇ ਜੀ, ਦੀਪਕ ਥਾਪਰ ਜੀ, ਜੋ ਕਿ ਕੈਨੇਡਾ ਦੇ ਵਿੱਚ ਸੋਸ਼ਲ ਐਕਟਿਵਿਸਟ ਨੇ। ਅੱਜ ਕਰਾਂਗੇ ਜੀ ਕੈਨੇਡਾ ਦੇ ਮੁੱਦਿਆਂ ਦੇ ਵਿਚਾਰ ਚਰਚਾ। ਸਭ ਤੋਂ ਪਹਿਲਾਂ ਕਰਦੇ ਹਾਂ ਜੀ ਉਹਦਾ ਸਵਾਗਤ। ਦੀਪਕ ਥਾਪਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਹਰਜਿੰਦ ਜੀ, ਸਤਿ ਸ਼੍ਰੀ ਅਕਾਲ ਮੇਰਾ ਸਾਰੇ ਸਰੋਤਿਆਂ ਨੂੰ, ਇੰਡੋਜ਼ ਟੀਵੀ ਟੀਮ ਨੂੰ ਜੀ, ਤੇ ਬਹੁਤ ਤਹਿ ਦਿਲੋਂ ਆਪਾਂ ਧੰਨਵਾਦ ਕਰਦੇ ਹਾਂ ਜੀ। ਦੀਪਕ ਜੀ, ਪਹਿਲਾਂ ਤਾਂ ਇਹ ਦੱਸੋ ਕੈਨੇਡਾ ਦਾ ਮੌਸਮ ਕਿਹਾ ਜਾਏ ਕਿ ਕਿੱਥੇ ਕਿਹੜੇ ਸੂਬੇ 'ਚ ਤੁਸੀਂ ਰਹਿ ਰਹੇ ਹੋ? ਸੁਣਨ ਵਿੱਚ ਆਉਂਦਾ ਕਿ ਕੈਨੇਡਾ ਦੇ ਵਿੱਚ ਠੰਡ ਬਹੁਤ ਪੈਂਦੀ ਆ, ਲੋਕੀ ਜਿਹੜੀ ਬਰਫ਼ ਹੈ ਉਹਨੂੰ ਹਟਾਉਂਦੇ ਹੀ ਅੱਧਾ ਘੰਟਾ ਵੇਸਟ ਕਰ ਦਿੰਦੇ ਨੇ। ਸੋ ਕਿਹੋ ਜਿਹਾ ਮੌਸਮ ਹੈ ਜੀ? ਦੇਖੋ ਜੀ, ਮੌਸਮ ਬਹੁਤ ਪਲੇਜ਼ੈਂਟ ਹੈ। ਮੈਂ ਵੈਸੇ ਟੋਰਾਂਟੋ ਤੋਂ ਹੈਗਾ, ਬਰੈਂਪਟਨ ਤੋਂ, ਤੇ ਮੈਂ ਅੱਜ ਕੱਲ੍ਹ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ। ਮੈਂ ਅਲਬਰਟਾ 'ਚ ਹੈਗਾ, ਤੇ ਮੈਂ ਵੀ ਸੁਣਿਆ ਸੀ ਅਲਬਰਟਾ 'ਚ ਵੈਦਰ ਬਹੁਤ ਸਵੀਅਰ ਕਹਿੰਦੇ ਨੇ ਜੀ, ਪਰ ਐਡੀ ਮੈਨੂੰ ਲੱਗਿਆ ਨਹੀਂ। ਤੇ ਸਾਰੇ ਕਹਿੰਦੇ ਵੀ ਤੂੰ ਇਸ ਵਾਰ ਵਧੀਆ ਵੈਦਰ ਨਾਲ ਲੈ ਕੇ ਆਇਆ ਟੋਰਾਂਟੋ ਵਾਲਾ ਅਲਬਰਟਾ ਦੇ ਵਿੱਚ। ਤੇ ਆਪਾਂ ਅੱਜ ਕੱਲ੍ਹ ਕੈਲਗਰੀ ਸ਼ਹਿਰ 'ਚ ਜੀ। ਕੈਲਗਰੀ 'ਚ ਜ਼ਿਆਦਾ ਬਰਫ਼ਬਾਰੀ ਨਹੀਂ ਹੁੰਦੀ ਹੈ? ਨਹੀਂ, ਬਹੁਤ ਹੁੰਦੀ ਹੈ ਜੀ। ਮੈਂ ਵੀ ਅੱਜ ਤੱਕ ਸੁਣਿਆ ਹੀ ਸੀਗਾ, ਪਰ ਜਦੋਂ ਮੈਂ ਉਰੇ ਦੇਖਿਆ ਤੇ ਮੈਨੂੰ ਐਡੀ ਮਹਿਸੂਸ ਨਹੀਂ ਹੋਈ, ਕਿਉਂਕਿ ਇਸ ਸਾਲ ਵਿੰਟਰ ਇੱਧਰ ਪਈ ਨਹੀਂ। ਤੇ ਜਿੱਧਰੋਂ ਆਪਾਂ ਆਏ ਆ ਬਰੈਂਪਟਨ ਵਾਲੇ, ਟੋਰਾਂਟੋ ਵਾਲੇ ਪਾਸਿਓ, ਤੇ ਉਧਰ ਇਸ ਵਾਰ ਰੱਬ ਦੀ ਕਹਿੰਦੇ ਮਹਾਮਾਰੀ ਜ਼ਿਆਦਾ ਜੀ, ਸਨੋ ਜ਼ਿਆਦਾ ਜੀ। ਚਲੋ ਗੱਲ ਕਰਦੇ ਆ ਜੀ ਕੈਨੇਡਾ ਦੇ ਮੁੱਦਿਆਂ ਦੀ। ਸੁਣਨ ਵਿੱਚ ਆ ਰਿਹਾ ਜੀ, ਖਬਰਾਂ ਜਿਹੜੀਆਂ ਮਿਲ ਰਹੀਆਂ ਜੀ, ਮੌਂਟਰੀਅਲ ਜਿਹੜਾ ਹੈਗਾ ਜੀ ਤੁਹਾਡਾ ਕੈਨੇਡਾ ਦਾ, ਉੱਥੇ 3 ਕਾਲਜਸ ਬੰਦ ਕੀਤੇ ਗਏ ਨੇ ਜੀ। 2000 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਹੈ। ਕੈਨੇਡਾ ਦੇ ਵਿਦਿਆਰਥੀ ਨਹੀਂ, ਬਲਕਿ ਜਿਹੜੇ ਪੰਜਾਬ ਜਾਂ ਹਰਿਆਣਾ ਦੇ ਵਿਦਿਆਰਥੀ ਆਨਲਾਈਨ ਕਲਾਸਿਸ ਲੈ ਰਹੇ ਨੇ ਜਾਂ ਚਲੇ ਗਏ ਸੀ, ਉਹਨਾਂ ਦਾ ਵਿਚਾਰਿਆਂ ਦਾ ਬੜਾ ਬੁਰਾ ਹਾਲ ਹੈ, ਕਿਉਂਕਿ ਇੱਕਦਮ ਹੀ ਸ਼ਟ ਡਾਊਨ ਕਰ ਦਿੱਤੇ ਨੇ ਕਾਲਜ। ਕਿਹੜੇ ਕਾਲਜ ਨੇ ਜੀ? ਕੀ ਇਹ ਪਲਾਨ ਦੇ ਤਹਿਤ ਕੀਤਾ ਗਿਆ ਕਾਲਜਸ ਨੂੰ ਬੰਦ? ਦੇਖੋ ਜੀ, ਇਹ 3 ਕਾਲਜਸ ਦੱਸੇ ਜਾ ਰਹੇ ਨੇ। ਕਿਊਬੈਕ ਸਟੇਟ ਹੈਗੀ ਹੈ, ਤੇ ਮੌਂਟਰੀਅਲ ਸ਼ਹਿਰ ਹੈ ਜੀ, ਉਹਦੇ ਨਾਲ ਇੱਕ ਲਸਾਲ ਸ਼ਹਿਰ ਹੈ। ਇਹ 3 ਕਾਲਜਸ ਨੇ। ਇੱਕ ਹੈਗਾ ਜੀ CCSQ ਕਾਲਜ, ਇੱਕ ਹੈਗਾ ਜੀ CDE ਕਾਲਜ, ਇੱਕ ਹੈਗਾ ਜੀ M ਕਾਲਜ। ਤੇ ਇਹ ਕਹਿੰਦੇ ਵੀ ਪੂਰੀ ਪਲੈਨਿੰਗ ਦੇ ਨਾਲ ਇਹਨਾਂ ਨੇ ਇਸ ਕੰਮ ਨੂੰ ਪੂਰੀ ਤਰਜੀਹ ਜਿੱਦਾਂ ਕੰਪਲੀਟ ਕੀਤਾ ਜੀ। ਕਿਉਂਕਿ ਜਦੋਂ ਸਟੂਡੈਂਟ ਇਹਨਾਂ ਨੇ 2000 ਤੋਂ ਜ਼ਿਆਦਾ ਸਟੂਡੈਂਟ ਹੈ ਜੀ, ਇਹਦੇ ਵਿੱਚੋਂ ਪੰਜਾਬ, ਹਰਿਆਣਾ ਤੇ ਨਾਲ ਦੇ ਸੂਬਿਆਂ ਦੇ ਬਹੁਤ ਜ਼ਿਆਦਾ ਸਟੂਡੈਂਟ ਨੇ, ਤੇ ਕਈ ਲੱਖਾਂ ਰੁਪਏ ਉਹਨਾਂ ਨੇ ਫੀਸ ਦੇ ਰੂਪ 'ਚ ਇਹਨਾਂ ਨੂੰ ਦੇ ਚੁੱਕੇ ਨੇ ਜੀ। ਤੇ ਹੋਇਆ ਏਦਾਂ ਕਿ ਵੀ ਇਹਨਾਂ ਨੇ ਇੱਕ ਪਲੈਨਿੰਗ ਦੇ ਤਹਿਤ ਇਹ ਸਭ ਸ਼ੁਰੂ ਕੀਤਾ, ਜੋ ਕਿ ਸਾਹਮਣੇ ਹੁਣ ਆ ਰਿਹਾ। ਇਹਨਾਂ ਨੇ ਨਵੰਬਰ 30 2021 ਤੋਂ ਜਨਵਰੀ 2022 10 ਤਰੀਕ ਜਨਵਰੀ 2022 ਚ ਇਹਨਾਂ ਨੇ ਇੱਕ ਵਿੰਟਰ ਬ੍ਰੇਕ, ਜਿਹੜੀ ਕਿ ਅਘੋਸ਼ਿਤ ਕਹਿ ਲਓ ਵੀ ਤੁਸੀਂ ਸਰਪ੍ਰਾਈਜ਼ ਵਿੰਟਰ ਬ੍ਰੇਕ ਕਹਿਤੀ ਬਸ ਸਟੂਡੈਂਟਸ ਨੂੰ, ਵੀ ਹੁਣ ਵਿੰਟਰ ਬ੍ਰੇਕ ਹੈਗੀ ਹੈ ਜੀ। ਤੇ ਨਾਲੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਵੀ ਤੁਹਾਨੂੰ ਵਿੰਟਰ ਬ੍ਰੇਕ ਤੋਂ ਪਹਿਲਾਂ ਜਿਹੜੀ ਸਮੈਸਟਰ ਦੀ ਫੀਸ ਆ ਉਹ ਵੀ ਜਮ੍ਹਾਂ ਕਰਾਉਣੀ ਪਊਗੀ। ਤੇ ਜਿੱਦਾਂ ਇਹ ਏਦਾਂ ਸਮਝ ਆ ਰਿਹਾ ਕਿ ਵੀ ਇਹ ਪੂਰੀ ਪਲੈਨਿੰਗ ਦੇ ਤਹਿਤ ਇਹਨਾਂ ਨੇ ਪਹਿਲਾਂ ਉਹਨਾਂ ਤੋਂ ਫੀਸ ਲਈ, ਤੇ ਛੁੱਟੀਆਂ ਇੱਕਦਮ ਹੀ ਸਰਪ੍ਰਾਈਜ਼ ਛੁੱਟੀਆਂ ਦਾ ਤੇ ਉਹ ਕਰਤਾ ਜੀ। ਤੇ ਉਹਦੇ ਕਰਕੇ ਹੁਣ ਕਾਫੀ ਸਟੂਡੈਂਟਾਂ ਦਾ ਭਵਿੱਖ ਖਤਰੇ 'ਚ ਹੈਗਾ, ਤੇ ਹੁਣ ਕਾਫੀ ਸਟੂਡੈਂਟ ਆਪਣੇ ਪ੍ਰੋਟੈਸਟ ਕਰ ਰਹੇ ਨੇ, ਤੇ ਸਰਕਾਰ ਨੂੰ ਵੀ ਗੁਹਾਰ ਲਾਈ ਹੈ। ਤੇ ਇਹਨਾਂ ਨੇ ਇੱਕ ਬੈਂਕਰਪਸੀ, ਜਿੱਦਾਂ ਕਹਿ ਲਓ ਵੀ ਇੱਥੇ ਬੈਂਕਰਪਸੀ ਦੇ ਕੋਈ ਬਹੁਤੇ ਸਖਤ ਕਾਨੂੰਨ ਹੈ ਨਹੀਂ, ਤੇ ਹੁਣ ਇੱਕ ਬੈਂਕਰਪਸੀ ਜ਼ਾਹਿਰ ਕਰਤੀ ਹੈ ਵੀ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਜੀ। ਬਿਲਕੁਲ, ਪਰ ਜਿਹੜੇ ਸਟੂਡੈਂਟਸ ਨੇ ਜੀ ਉਹਨਾਂ ਦਾ ਤਾਂ ਭਵਿੱਖ ਦਾਅ ਤੇ ਲੱਗ ਗਿਆ ਜੀ। ਵਿਚਾਰੇ ਸਾਰੇ ਸਟਰਗਲ ਕਰਦੇ ਨੇ, ਰੁਪਈਆਂ ਨੂੰ ਡਾਲਰਾਂ ਦੇ ਵਿੱਚ ਬਣਾਉਣਾ ਬਹੁਤ ਹੀ ਔਖਾ ਹੁੰਦਾ, ਤੇ ਜਿਸ ਹਿਸਾਬ ਨਾਲ ਉਹ ਮਿਹਨਤ ਕਰਦੇ ਨੇ ਵਿਦਿਆਰਥੀ। ਸੋ ਹੁਣ ਬੱਚੇ ਜਿਹੜੇ ਹੈਗੇ ਨੇ, ਵਿਦਿਆਰਥੀ ਜਿਹੜੇ ਹੈਗੇ ਨੇ, ਕੀ ਮੰਗ ਕਰ ਰਹੇ ਨੇ ਕਿ ਉਹ ਰੀਫੰਡ ਨਹੀਂ ਮੰਗਵਾ ਰਹੇ ਹੈ ਕਿ ਸਾਡਾ ਰੀਫੰਡ ਕਰੋ, ਕਿਉਂਕਿ ਪਰਸਿਊ ਤਾਂ ਹੋ ਨਹੀਂ ਰਹੀਆਂ ਕਲਾਸਿਸ। ਤੇ ਨਾਲ ਹੀ ਜਿਹੜੀਆਂ ਐਮਰਜੈਂਸੀ ਵਕੇਸ਼ਨ ਜਿਹੜੀਆਂ ਇਹਨਾਂ ਨੇ ਅਨਾਊਂਸ ਕੀਤੀਆਂ ਸੀ, ਉਹ ਤੋਂ ਬਾਅਦ ਇਹਨਾਂ ਨੇ, ਤੁਸੀਂ ਦੱਸਿਆ ਕਿ ਫੀਸ ਵੀ ਲੈ ਲਈ ਸੀ, ਉਸ ਦੇ ਸੰਦਰਭ ਦੇ ਵਿੱਚ ਕੀ ਕੋਈ, ਜਿਵੇਂ ਤੁਸੀਂ ਸੋਸ਼ਲ ਐਕਟਿਵਿਸਟ ਹੋ, ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਵਿਦਿਆਰਥੀ, ਕੀ ਕੋਈ ਅਜਿਹੀ ਸੰਸਥਾ ਹੈਗੀ ਹੈ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਖੜ ਸਕੇ ਤੇ ਸਰਕਾਰ ਤੱਕ ਉਹਨਾਂ ਦੀ ਗੱਲ ਪਹੁੰਚਾ ਸਕੇ? ਦੇਖੋ ਜੀ, ਕਈ ਸੰਸਥਾਵਾਂ ਅੱਗੇ ਆਈਆਂ ਨੇ, ਤੇ ਹਰ ਇੱਕ ਬੰਦਾ ਆਪਣਾ ਪੁਰਜ਼ੋਰ ਲਾ ਰਿਹਾ, ਤੇ ਸਰਕਾਰ ਦੇ ਕਈ ਲੋਕਲ MPPs ਤੱਕ ਵੀ ਇਹਨਾਂ ਦੀ ਸ਼ਿਕਾਇਤ ਪਹੁੰਚੀ ਹੈ ਜੀ। ਤੇ ਇਹ ਹਰ, ਜਿੱਦਾਂ ਹੁਣ ਹਰ ਸਿਟੀ 'ਚ ਕਹਿ ਸਕਦੇ ਹਾਂ, ਇਹ ਇਕੱਲੇ ਮੌਂਟਰੀਅਲ ਦੀ ਗੱਲ ਨਹੀਂ ਕਰ ਰਹੇ ਆਪਾਂ, ਤੇ ਹਰ ਸੂਬੇ ਦੇ ਵਿੱਚ ਤੇ ਹਰ ਮੇਨ ਸਿਟੀਜ਼ ਦੇ ਵਿੱਚ ਇਹਨਾਂ ਦੇ ਪ੍ਰੋਟੈਸਟ ਹੋ ਰਹੇ ਨੇ ਇਹਨਾਂ ਦੇ ਹੱਕ 'ਚ। ਕਿਉਂਕਿ ਬਹੁਤ, ਜਦੋਂ ਇੰਡੀਆ ਤੋਂ ਜਾਂ ਆਪਣੇ ਕਿਸੇ ਵੀ ਹੋਰ ਦੇਸ਼ ਤੋਂ ਕੋਈ ਬੱਚਾ ਪੜ੍ਹਨ ਆਉਂਦਾ ਇੱਥੇ, ਤਾਂ ਬਹੁਤ ਹੱਡ ਤੋੜ ਵੀ ਆਪਣੇ ਪੇਰੈਂਟਸ ਦੀ ਕਮਾਈ ਦਾ ਬਹੁਤ ਵੱਡਾ ਹਿੱਸਾ ਉਹਨੂੰ ਇੱਕ ਫੀਸ ਦੇ ਰੂਪ 'ਚ ਦੇਣਾ ਪੈਂਦਾ, ਤਾਂ ਕਿ ਉਹਦਾ ਭਵਿੱਖ ਇੱਕ ਬਹੁਤ ਵਧੀਆ ਹੋ ਸਕੇ ਜੀ। ਤੇ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਹਰ ਇੱਕ ਬੰਦਾ ਇਹਨਾਂ ਦੀ ਸਪੋਰਟ 'ਚ ਅੱਗੇ ਆ ਰਿਹਾ, ਤੇ ਪ੍ਰੋਟੈਸਟ ਦੇ ਵਿੱਚ ਹਰ ਬੰਦਾ ਆਪਣਾ ਯੋਗਦਾਨ ਪਾ ਰਿਹਾ।
ਜੀ। ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਲਈ ਜੀ ਹੁਣ ਇੱਕ ਖਾਸ ਢਿੱਲ ਦਿੱਤੀ ਹੈ ਯਾਤਰੀਆਂ ਲਈ ਕਿ ਜਦੋਂ ਕੈਨੇਡਾ ਤੋਂ ਇੰਡੀਆ ਤੋਂ ਕੈਨੇਡਾ ਆਓ ਤਾਂ ਉਹਨਾਂ ਨੂੰ ਜਿਹੜਾ ਪੀਸੀਆਰਟੀ ਟੈਸਟ ਹੈਗਾ ਉਹ ਨਹੀਂ ਕਰਵਾਉਣਾ ਪਵੇਗਾ। ਸੋ ਹੋਰ ਕੀ ਕੀ ਰਿਆਇਤਾਂ ਦਿੱਤੀਆਂ ਨੇ, ਕੀ ਢਿੱਲ ਦਿੱਤੀਆਂ ਨੇ? ਕੀ ਇੰਡੀਆ ਤੋਂ ਜਿਹੜਾ ਟੈਸਟ ਪਹਿਲਾਂ ਲਾਜ਼ਮੀ ਸੀਗਾ ਉਹ ਕਰਾਉਣਾ ਪਵੇਗਾ ਜਾਂ ਕੈਨੇਡਾ ਦੇ ਵਿੱਚ ਆ ਕੇ ਕਰਾਉਣਾ ਪਵੇਗਾ? ਕਿਸ ਤਰੀਕੇ ਨਾਲ ਇਹਨਾਂ ਨੇ ਢਿੱਲ ਦਿੱਤੀ ਹੈ? ਦੇਖੋ ਜੀ, ਜਿਹੜਾ ਪਹਿਲਾਂ ਪੀਸੀਆਰ ਟੈਸਟ ਸੀਗਾ, ਉਹ ਹੁਣ ਇਹਨਾਂ ਨੇ ਕਹਿੰਦੇ ਵੀ ਉਹ ਤੁਸੀਂ ਨਹੀਂ ਵੀ ਕਰਵਾਓ ਤਾਂ ਵੀ ਸਰ ਸਕਦਾ ਹੈ। ਤੇ ਤੁਹਾਨੂੰ ਐਂਟੀਜਨ ਜਿਹੜਾ ਰੈਪਿਡ ਟੈਸਟ ਹੁੰਦਾ ਸੀਗਾ ਇੱਕ, ਉਹ ਹੁਣ ਸਵੀਕਾਰ ਕਰ ਲੈਣਗੇ ਜੀ ਇਹ। ਤੇ ਇਹ ਬਹੁਤ ਵੱਡਾ ਹੀ ਇੱਕ ਤੁਸੀਂ ਕਹਿ ਲਓ ਵੀ ਤਰਲਾ ਹੈ, ਤੇ ਇਹਨਾਂ ਨੂੰ ਬਹੁਤ ਠੱਲ ਪਏਗੀ। ਜਿਹੜਾ ਬਹੁਤ ਜ਼ਿਆਦਾ ਫੀਸਾਂ ਲੈ ਰਹੇ ਸੀ ਪਹਿਲਾਂ ਟੈਸਟ ਦੇ ਨਾਮ ਤੇ, ਬਹੁਤ ਸਕੈਮ ਚੱਲ ਰਹੇ ਸੀ, ਤੇ ਕੈਨੇਡਾ ਸਰਕਾਰ ਨੇ ਉਹਨੂੰ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਤੇ ਇੱਕ ਬਹੁਤ ਵੱਡਾ ਬਿਜ਼ਨਸ ਪ੍ਰਵਾਸੀ ਭਾਰਤੀਆਂ ਦਾ, ਆਵਾਜਾਈ ਦਾ, ਜਿਹਦੇ ਕਰਕੇ ਕਿ ਬਹੁਤ ਰੈਵਨਿਊ ਜਨਰੇਟ ਕਰਦੀ ਹੈ ਕੈਨੇਡਾ ਸਰਕਾਰ, ਤੇ ਉਹਨਾਂ ਨੇ ਬਹੁਤ ਵਧੀਆ ਕੀਤਾ ਜੀ। ਜੀ। ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਸਰਕਾਰ ਨੇ 2022 ਤੇ 24 ਦੀ ਆਪਣੀ ਪ੍ਰਵਾਸੀ ਨੀਤੀ ਵੀ ਐਲਾਨੀ ਹੈ। ਸੋ ਕੀ ਐਲਾਨ ਕੀਤੇ ਗਏ ਨੇ ਜੀ? ਕੀ ਕੁਝ ਵੱਖਰਾ ਹੋਵੇਗਾ? ਪ੍ਰਵਾਸੀਆਂ ਨੂੰ ਜ਼ਿਆਦਾ ਆਉਣ ਲਈ ਜਿਹੜੀ ਸਰਕਾਰ ਤਰਜੀਹ ਦੇਵੇਗੀ ਕੈਨੇਡਾ ਦੇ ਵਿੱਚ ਇਸ ਵਾਰ? ਦੇਖੋ ਜੀ, ਕੈਨੇਡਾ ਹਮੇਸ਼ਾ ਹੀ ਇਮੀਗ੍ਰੇਸ਼ਨ ਦੇ ਪ੍ਰਤੀ ਬਹੁਤ ਨਰਮੀ ਵਰਤਦਾ ਰਿਹਾ, ਤੇ ਇਸ ਸਾਲ ਬਹੁਤ ਭਰਵਾਂ ਹੁੰਗਾਰਾ ਮਿਲੇਗਾ ਇਮੀਗ੍ਰੇਸ਼ਨ ਨੀਤੀ ਨੂੰ। 2022 ਤੋਂ ਲੈ ਕੇ 24 ਤੱਕ ਦੀ ਇਮੀਗ੍ਰੇਸ਼ਨ ਨੀਤੀ ਐਲਾਨੀ ਗਈ ਹੈ, ਤੇ ਇਹਦੇ ਵਿੱਚ ਕਈ ਤਰ੍ਹਾਂ ਦੀ ਇਮੀਗ੍ਰੇਸ਼ਨ ਹੋਊਗੀ ਜੀ। ਤੇ ਇੱਕ ਬਹੁਤ ਵੱਡਾ ਤੁਸੀਂ ਕਹਿ ਸਕਦੇ ਹੋ ਵੀ ਜਨਸੰਖਿਆ, ਜਿੱਦਾਂ ਕਹਿ ਲਓ ਵੀ ਉਹ 'ਚ ਵੀ ਵਾਧਾ ਹੋਊਗਾ। 2022 ਚ 4.25 ਲੱਖ ਇਮੀਗ੍ਰੈਂਟਸ ਬੁਲਾਣੇ ਨੇ, ਤੇ 2023 ਚ 4.5 ਲੱਖ, ਤੇ ਏਦਾਂ ਹੀ 2024 ਚ ਇਹਦਾ ਆંકੜਾ ਹੋਰ ਵਧਿਆ। ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਨੇ ਜੀ, ਜਿੱਦਾਂ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਹੋਊਗਾ, ਤੇ ਫਿਰ ਪੀਐਨਪੀ ਪ੍ਰੋਗਰਾਮ ਹੋ ਗਿਆ, ਐਕਸਪ੍ਰੈਸ ਐਂਟਰੀ ਹੋ ਗਈ। ਤੇ ਇਹਨਾਂ ਨੇ ਇਸ ਵਾਰ ਰਿਫਿਊਜੀ ਵਾਲੀ ਕੈਟਾਗਰੀ ਚ ਵੀ ਕਾਫੀ ਬੰਦਿਆਂ ਨੂੰ ਪੱਕੇ ਕਰਨ ਦੇ ਲਈ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਜੀ। ਤੇ ਇਹ ਚਾਹੁੰਦੇ ਨੇ ਕਿ ਵੀ ਵੱਧ ਤੋਂ ਵੱਧ ਬੰਦੇ ਇੱਥੇ ਕੈਨੇਡਾ ਚ ਆਉਣ ਤੇ ਪੱਕੇ ਹੋਣ। ਜੀ ਜੀ ਜੀ। ਗੱਲ ਕਰਦੇ ਹਾਂ ਜੀ, ਕੈਨੇਡਾ ਦੇ ਵਿੱਚ ਕੋਵਿਡ ਨੂੰ ਲੈ ਕੇ, ਪਾਬੰਦੀਆਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਜੀ, ਖਾਸ ਕਰਕੇ ਟਰੱਕ ਡਰਾਈਵਰਸ, ਜਿਹਦੇ ਕਰਕੇ ਕਾਫੀ ਤਣਾਅ ਵੀ ਬਣਿਆ ਹੋਇਆ ਤੇ ਆਰਥਿਕ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਜਸਟਿਨ ਟਰੂਡੋ ਜਿਹੜੇ ਤੁਹਾਡੇ ਪ੍ਰਧਾਨ ਮੰਤਰੀ ਹੈਗੇ ਨੇ, ਪਹਿਲਾਂ ਵੀ ਉਹ ਐਲਾਨ ਕਰ ਚੁੱਕੇ ਨੇ ਕਿ ਫਟਾਫਟ ਜਿਹੜਾ ਇਹ ਪ੍ਰੋਟੈਸਟ ਹੈਗਾ ਇਹਨੂੰ ਖਤਮ ਕੀਤਾ ਜਾਵੇ ਤਾਂ ਕਿ ਦੇਸ਼ ਦੀ ਜਿਹੜੀ ਆਰਥਿਕਤਾ ਹੈਗੀ ਉਹਦੇ ਉੱਤੇ ਜ਼ਿਆਦਾ ਪ੍ਰਭਾਵ ਨਾ ਪਵੇ, ਮੰਦੀ ਵੱਲ ਨਾ ਜਾਵੇ। ਪਰ ਅਜੇ ਵੀ ਪ੍ਰੋਟੈਸਟਰ ਜਿਹੜੇ ਹੈਗੇ ਨੇ ਕੋਵਿਡ ਪਾਬੰਦੀਆਂ ਨੂੰ ਲੈ ਕੇ ਜਾਂ ਐਂਟੀ ਵੈਕਸੀਨੇਸ਼ਨ ਜਿਹੜੇ ਪ੍ਰੋਟੈਸਟਰਸ ਹੈਗੇ ਨੇ ਉਹ ਬੈਠੇ ਨੇ। ਸੋ ਹੁਣ ਕੀ ਜਿਹੜਾ ਜਸਟਿਨ ਟਰੂਡੋ ਨੇ ਕੀ ਫੈਸਲਾ ਲਿਆ ਹੈ? ਕੀ ਉਹਨਾਂ ਨੇ ਪ੍ਰੋਟੈਸਟਰਸ ਦੇ ਨਾਲ ਗੱਲਬਾਤ ਕੀਤੀ ਹੈ? ਕੋਈ ਹੱਲ ਹੋ ਰਿਹਾ ਜਾਂ ਨਹੀਂ? ਦੇਖੋ ਜੀ, ਜਿਹੜਾ ਪ੍ਰੋਟੈਸਟ ਚੱਲ ਰਿਹਾ, ਕਿਉਂਕਿ ਹੁਣ ਟਰੱਕਿੰਗ ਨੂੰ ਲੈ ਕੇ ਬਹੁਤ ਸੰਜੀਦਾ ਸੋਚਿਆ ਜਾਂਦਾ ਹੈ। ਕੈਨੇਡਾ ਅਮਰੀਕਾ ਜਿਹੜੇ ਦੋ ਦੇਸ਼ ਨੇ, ਇਹਨਾਂ ਦਾ ਬਹੁਤ ਵੱਡਾ ਇੱਕ ਟਰੱਕਿੰਗ ਦਾ ਬਿਜ਼ਨਸ ਜਿਹੜਾ ਹੈਗਾ ਕਿ ਵੀ ਬਹੁਤ ਸਪਲਾਈ ਚੇਨ ਇੱਥੇ ਕੰਮ ਕਰਦੀ ਹੈ ਜੀ। ਤੇ ਹੁਣ ਜਦੋਂ ਇਹ ਸਾਰੇ ਰੂਲ ਲਿਆਂਦੇ ਗਏ, ਰੈਗੂਲੇਸ਼ਨਸ ਲਿਆਂਦੀਆਂ ਗਈਆਂ, ਇਹ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਟਰੂਡੋ ਸਰਕਾਰ ਨੇ ਹੁਣ ਇੱਕ ਨਵਾਂ ਐਕਟ ਲਾਇਆ ਜੀ, ਜਿਹੜੇ ਪ੍ਰੋਟੈਸਟਰ ਫਰੀडम ਕਨਵੇ ਚੱਲ ਰਿਹਾ, ਇਹ ਐਮਰਜੈਂਸੀ ਐਕਟ। ਇਹ ਕੈਨੇਡਾ ਦੇ ਵਿੱਚ ਜੀ 50 ਸਾਲਾਂ ਤੋਂ ਬਾਅਦ ਐਮਰਜੈਂਸੀ ਐਕਟ ਲਾਗੂ ਕੀਤਾ ਗਿਆ, ਕਿਉਂਕਿ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਵੀ ਉਹ ਔਨ ਦਾ ਟੇਬਲ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਕਨਵੇ ਵਾਲਿਆਂ ਨਾਲ, ਜਿਹੜੇ ਫਰੀडम ਲਈ ਆਪਣੀ ਪ੍ਰੋਟੈਸਟ ਕਰ ਰਹੇ ਨੇ। ਤੇ ਉਹਨਾਂ ਨੇ ਕਈ ਵਾਰ ਹੀ ਉਪਰਾਲਾ ਵੀ ਕੀਤਾ, ਪਰ ਉਹ ਜੇ ਕਿ ਸਿਰੇ ਨਹੀਂ ਚੜ੍ਹ ਸਕਿਆ। ਤੇ ਹੁਣ ਇਹ ਜਿਹੜਾ ਸਪਲਾਈ ਚੇਨ ਤੇ ਕੈਨੇਡਾ ਅਮਰੀਕਾ ਦਾ ਬਹੁਤ ਇੱਕ ਵੱਡਾ ਜਿਹੜਾ ਉੱਪਰ ਵਪਾਰ ਹੈਗਾ, ਇਹ ਟਰੱਕਿੰਗ ਤੇ ਬਹੁਤ ਨਿਰਭਰ ਕਰਦਾ ਜੀ। ਤੇ ਇਹਨੂੰ ਬਹੁਤੀ ਦੇਰ ਰੋਕਿਆ ਨਹੀਂ ਜਾ ਸਕਦਾ। ਤੇ ਜਿਹੜੇ ਆਪਣੇ ਸਾਡੇ ਪ੍ਰਾਈਮ ਮਿਨਿਸਟਰ ਨੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਏ, ਪਰ ਹਾਲੇ ਇਹਦਾ ਕੋਈ ਹੱਲ ਦਿਖਦਾ ਨਹੀਂ ਲੱਗਦਾ ਜੀ ਸਾਨੂੰ। ਜੀ, ਕੀ ਐਮਰਜੈਂਸੀ ਲੱਗਣ ਦੇ ਨਾਲ ਟਰੱਕਿੰਗ ਜਿਹੜੇ ਹੈਗੇ ਨੇ ਇੱਥੇ ਪ੍ਰੋਟੈਸਟਰਸ ਉਹ ਵਾਪਸ ਚੱਲ ਜਾਣਗੇ ਆਪਣੇ ਆਪਣੇ ਘਰਾਂ ਨੂੰ, ਜਾਂ ਉਦੋਂ ਵੀ ਉਹ ਆਪਣੇ ਖੜੇ ਰਹਿਣਗੇ ਕਿ ਅਸੀਂ ਪ੍ਰੋਟੈਸਟ ਆਪਣਾ ਜਾਰੀ ਰੱਖਾਂਗੇ? ਦੇਖੋ ਜੀ, ਉਹ ਇਹਨਾਂ ਨੇ ਪੂਰੀ ਉਹਨਾਂ ਨੂੰ ਕਿਹਾ ਜੀ, ਇਹ ਐਮਰਜੈਂਸੀ ਐਕਟ ਸਿਰਫ ਲਗਾਉਣਾ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਬੈਰੀਕੇਡ ਲਾ ਦੇਣਗੇ ਜਾਂ ਕੁਛ ਏਦਾਂ ਦਾ ਹੋ ਜਾਊਗਾ। ਉਹ ਇੱਕ ਗੱਲਬਾਤ ਦਾ ਸੱਦਾ ਵੀ ਦੇ ਰਹੇ ਨੇ ਕਿ ਵੀ ਸਾਡੇ ਨਾਲ ਆਓ, ਗੱਲਬਾਤ ਕਰੋ, ਜੇ ਇਹਨੂੰ ਆਪਾਂ ਜਲਦੀ ਤੋਂ ਜਲਦੀ ਫਿਨਿਸ਼ ਕਰੀਏ, ਤਾਂ ਕਿ ਬਹੁਤ ਜਿਹੜਾ ਵਪਾਰ ਹੈ ਤੇ ਉਹਨੂੰ ਬਹੁਤ ਨੁਕਸਾਨ ਹੋ ਰਿਹਾ, ਬਹੁਤ ਵੱਡਾ ਇੱਕ ਰੈਵਨਿਊ ਜਿਹਦੀ ਕੀ ਸੱਟ ਲੱਗ ਰਹੀ ਹੈ ਕੈਨੇਡਾ ਨੂੰ। ਜੀ, ਦੀਪਕ ਥਾਪਰ ਜੀ, ਇਹ ਗੱਲ ਸੱਚੀ ਹੈ? ਕਿਉਂਕਿ ਪਿੱਛੇ ਜੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਿਕਚਰਸ ਦੇਖ ਰਹੇ ਸੀਗੇ ਕਿ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਰਾਹ ਦੇ ਵਿੱਚ ਕਿੱਲਾਂ ਠੋਕੀਆਂ ਗਈਆਂ ਸਨ ਜਦੋਂ ਉਹ ਪ੍ਰੋਟੈਸਟ ਕਰ ਰਹੇ ਸੀਗੇ ਦਿੱਲੀ ਸਿੰਘੂ ਬਾਰਡਰ ਦੇ ਉੱਤੇ, ਸੋ ਉਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਵੀ ਦਿਖਾਇਆ ਗਿਆ ਕਿ ਜਦੋਂ ਟਰੱਕਰਸ ਆ ਰਹੇ ਸਨ ਤਾਂ ਉਹਦੇ ਰਾਹ ਦੇ ਵਿੱਚ ਵੀ ਕਿੱਲਾਂ ਵਿਛਾਈਆਂ ਗਈਆਂ। ਦੇਖੋ ਜੀ, ਦੋ ਜਿਹੜੇ ਆਪਣਾ ਕਿਸਾਨੀ ਪ੍ਰੋਟੈਸਟ ਹੋਇਆ,
ਤੇ ਜਿਹੜਾ ਇਹ ਫਰੀडम ਕਨਵੇ ਚੱਲ ਰਿਹਾ, ਮੇਰੀ ਕਈ ਬੰਦਿਆਂ ਨਾਲ ਇਸ ਮੁੱਦੇ ਤੇ ਡਿਸਕਸ਼ਨ ਹੁੰਦੀ ਸੀ। ਆਪਣਾ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲਿਆ ਜੀ ਤੇ ਉਹਦੇ ਵਿੱਚ ਕਈ ਰੁਕਾਵਟਾਂ ਵੀ ਆਈਆਂ। ਹੁਣ ਫਰੀडम ਕਨਵੇ ਵਾਲੇ ਵੀ ਨੇ ਜੀ, ਇਹ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ ਇੱਕ ਸ਼ਾਂਤੀਮਈ ਤਰੀਕੇ ਨਾਲ ਇਸ ਕਨਵੇ ਨੂੰ ਅੱਗੇ ਕੀਤਾ ਜਾਏ। ਪਰ ਕਈ ਵਾਰੀ ਕਹਿੰਦੇ ਆ ਨਾ ਜੀ, ਕੁਝ ਅਨਸਰ ਵਿੱਚ ਹੁੰਦੇ ਨੇ ਹੂੰ ਤੇ ਜਿੱਦਾਂ ਹੁਣ ਇਹ ਸਿਟੀ ਆਫ ਜਿਹੜੀ ਓਟਾਵਾ ਸਿਟੀ ਹੈ, ਸਾਡੀ ਰਾਜਧਾਨੀ ਹੈ ਕੈਨੇਡਾ ਦੀ ਜੀ, ਤੇ ਜੀ ਉਹਦੇ ਵਿੱਚ ਜਿਹੜੇ ਲੋਕਲਸ ਨੇ ਤੇ ਉਹਨਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ, ਹੂੰ ਕਿਉਂਕਿ ਇੱਕ ਬਹੁਤ ਵੱਡਾ ਟਰੱਕਾਂ ਦਾ ਜਮਾਵੜਾ ਲੱਗਿਆ ਹੋਇਆ ਜੀ ਉਸ ਸਿਟੀ ਦੇ ਵਿੱਚ, ਤੇ ਉਹ ਜੀ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ ਤੇ ਉਹਦੇ ਕਰਕੇ ਆਮ ਜਨਤਾ ਨੂੰ ਸੁਖਾਵਾਂ ਰੱਖਣ ਲਈ ਕੁਝ ਇਹਨਾਂ ਨੇ ਉਪਰਾਲੇ ਕੀਤੇ ਨੇ ਸਰਕਾਰ ਨੇ ਜੀ। ਹੂੰ ਜੀ ਬਿਲਕੁਲ। ਜਦੋਂ ਇੰਨਾ ਜ਼ਿਆਦਾ ਪ੍ਰੋਟੈਸਟ ਹੋਵੇ ਤੇ ਅਜਿਹੀਆਂ ਗੱਲਾਂ ਜਿਹੜੀਆਂ ਸਰਕਾਰ ਜਿਹੜਾ ਧਿਆਨ ਨਹੀਂ ਦਿੰਦੀ ਆ, ਉਦੋਂ ਆਮ ਜਨਤਾ ਦਾ ਹੀ ਨੁਕਸਾਨ ਹੁੰਦਾ ਹੈ ਜੀ। ਆਮ ਜਨਤਾ ਨੂੰ ਜ਼ਿਆਦਾ ਪਰੇਸ਼ਾਨੀਆਂ ਸਾਂਭਣੀਆਂ ਪੈਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਦੀਪਕ ਥਾਪਰ ਜੀ ਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਚੰਗਾ ਹਰਜੀਤ ਜੀ, ਸਤਿ ਸ੍ਰੀ ਅਕਾਲ ਸਾਰੇ ਹਿੰਦੋਸ ਟੀਵੀ ਸਾਰੀ ਟੀਮ ਨੂੰ ਜੀ। ਜੀ ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਧੰਨਵਾਦ।